ਗੁਰੂ ਜੀ ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਗੁਆਰੜੀ ਮਹਲਾ ਤੀਜਾ। ਤੂੰ ਆਕਥ ਕਿਉ ਕਥਿਆ ਜਾਗੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਤੂੰ ਆਕਥ ਕਿਉ ਕਥਿਆ ਜਾਏ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਤੇਰੇ ਗੁਣ ਅਨੇਕ ਕੀਮਤ ਨਹਿ ਬਾਗੇ, ਜਿਸ ਕੀ ਬਾਣੀ ਤਿਸ ਮਾਹੇ ਸਮਾਣੀ। ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ। ਜੈ ਸਤਿਗੁਰ ਤਹਿ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰਿ ਗੁਣ ਗਾਈ। ਜੈ ਸਤਿਗੁਰ ਤਾਹੋ ਮੈਂ ਸ਼ਬਦ ਜਲਾਈ, ਸਗੁਰਮੁਖ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਅੰਤਰ ਹਰਿ ਨਾਮ ਵਸਾਏ, ਗੁਰਮੁਖ ਭਗਤ ਹਰਿ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉ ਲੱਗੈ ਪਿਆਰ। ਨਾਨਕ ਨਾਮ ਰਤੇ ਤਿਨ ਕੋ ਜੈਕਾਰ, ਆਪੇ ਦਾਤ ਕਰੇ ਦਾਤਾਰ। ਪੂਰੇ ਸਤਿਗੁਰ ਸਿਉ ਲੱਗੈ ਪਿਆਰ। ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਸ੍ਰੀ
ਬਾਨਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਭਾਂਡੇ ਸੂਰ ਕੇ ਸਨਮੁਖ ਰਨ ਤੇ ਡਰਵੈ ਸਤੀ ਕੇ ਸਾਂਚੈ ਭਾਂਡੇ। ਭਗਤਾਂ ਵਿੱਚੋਂ ਭਗਤ ਕਬੀਰ ਜੀ ਮਹਾਰਾਜ ਸ਼੍ਰੋਮਣੀ ਭਗਤ ਹੋਏ ਨੇ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਭਗਤ ਕਬੀਰ ਜੀ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਆ ਮਾਇਆ ਕੀ ਭਾਂਡੇ। ਹੇ ਮਨਾ, ਇਸ ਮਾਇਆ ਦੇ ਡੰਡੇ ਹੋਏ ਭਰਮ ਨੂੰ ਛੱਡ ਦੇ, ਪਰਮੇਸ਼ਰ ਦੀ ਭਗਤੀ ਵਿੱਚ ਪ੍ਰਗਟ ਹੋ ਕੇ ਨਾਚ ਕਰ। ਜੇ ਤੂੰ ਨੱਚਣਾ ਹੀ ਹੈ, ਉਸ ਦਾਤੇ ਪਰਵਰਦਗਾਰ ਦੀ ਯਾਦ ਵਿੱਚ ਨੱਚ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਭਾਂਡੇ ਸੂਰ ਕੇ ਸਨਮੁਖ ਰਣ ਤੇ ਡਰਵੈ ਸਤੀ ਕੇ ਸਾਂਚੈ ਭਾਂਡੇ। ਜੋ ਸਨਮੁਖ ਹੋ ਕੇ ਯੁੱਧ ਤੋਂ ਡਰੇ ਉਹ ਸੂਰਮਾ ਨਹੀਂ ਮੰਨਿਆ ਜਾਂਦਾ। ਸਨਮੁਖ ਹੋ ਵੀ ਗਿਆ ਫਿਰ ਡਰਦਾ ਵੀ ਹੈ, ਉਹ ਕਾਹਦਾ ਸੂਰਮਾ ਹੈ। ਜੋ ਸਤੀ ਦੇ ਜਲਣੇ ਦੇ ਸਮੇਂ ਭਾਂਡੇ ਇਕੱਤਰ ਕਰੇ ਸੋ ਕਿਆ ਸਤੀ ਕਿ ਹੁਣ ਸਤੀ ਹੋਣਾ ਹੈ ਪਤੀ ਦੇ ਸੰਗ, ਜਲ ਜਾਣਾ ਕਿ ਭਾਂਡੇ ਇਕੱਤਰ ਕਰੇ ਤਾਂ ਕੀ ਹੈ। ਜੋ ਸੂਰਮਾ ਹੈ ਸੋ ਰਣ ਤੋਂ ਡਰਦਾ ਨਹੀਂ, ਰਣ ਵਿੱਚ ਜੂਝਦਾ ਹੈ। ਜੋ ਸਤੀ ਹੋਣ ਜਾਂਦੀ ਹੈ ਸੋ ਭਾਂਡੇ ਸੰਚਨ ਕਰਕੇ ਨਹੀਂ ਰੱਖਦੀ, ਸਰਬੰਸ ਲੁਟਾ ਦਿੰਦੀ ਹੈ। ਭਗਤ ਕਬੀਰ ਜੀ ਮਹਾਰਾਜ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਪਿਆਰਿਓ ਮੈਂ ਉਹ ਗਿਆਨਵਾਨ ਨਹੀਂ ਜੋ ਕਾਮਾਦ ਵਿਕਾਰਾਂ ਸੇ ਦਬਦਾ ਹਾਂ, ਜੋ ਕਾਮ ਕ੍ਰੋ ਲੋਭ ਮੋਹ ਹੰਕਾਰ ਨੂੰ ਨਾ ਜਿੱਤ ਕਰਕੇ ਉਹਨਾਂ ਦੇ ਅਧੀਨ ਹੁੰਦਾ। ਮੈਂ ਉਹ ਵਿਰਾਗਵਾਨ ਨਹੀਂ ਜੋ ਪਦਾਰਥ ਸੰਗ੍ਰਹਿ ਕਰਦਾ ਹਾਂ। ਗਿਆਨੀ ਦੇਹੰ ਤਿਆਗਣ ਵਿੱਚ ਸੰਕੋਚ ਨਹੀਂ ਕਰਦਾ। ਜੇ ਦੇਹ ਤਿਆਗਣੀ ਹੈ ਫਿਰ ਸੰਕੋਚ ਨਹੀਂ ਕਰਦਾ ਗਿਆਨੀ। ਭਗਤ ਕਬੀਰ ਜੀ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਡਗ ਮਗ ਛਾੜ ਰੇ ਮਨ ਮੋਰਾ ਅਬ ਤੋ ਜਰੇ ਮਰੇ ਸਿਧ ਪਾਈਐ ਲੀਨੋ ਹਾਥ ਸੰਧੋਰਾ। ਡਗ ਮਗ ਛਾੜ ਰੇ ਮਨ ਮੋਰਾ ਅਬ ਤੋ ਜਰੇ ਮਰੇ ਸਿਧ ਪਾਈਐ ਲੀਨੋ ਹਾਥ ਸੰਧੋਰਾ। ਇਹ ਬਾਬਰੇ ਮਨ, ਇਸ ਜੀਵ ਨੂੰ ਕਹਿੰਦੇ ਨੇ ਮਨੁੱਖ ਨੂੰ, ਵਿੰਗੇ ਰਸਤੇ ਨੂੰ ਛੱਡ ਦੇ ਤੂੰ, ਜੋ ਟੇਢਿਆਂ ਰਸਤਿਆਂ ਵਿੱਚ ਤੁਰਿਆ ਫਿਰਦਾ ਹੈ ਛੱਡ ਦੇ। ਜਦ ਹੱਥ ਵਿੱਚ ਨਾਰੀਅਲ ਲੈ ਲਿਆ, ਸਤੀ ਜਰੇ ਤੋਂ ਸਵਰਗ ਦੀ ਪ੍ਰਾਪਤੀ ਨੂੰ ਪਾ ਲੈਂਦੀ। और सूरमे ने खंडा हाथ में ले लिया तो मरने से क्या डरना कि जरे मरे से सिद्धि प्राप्त होंगी। दृष्टांत देंदे ने भगत कबीर जी महाराज, जब वैराग रूपी नारियल जग्यासु ने और ज्ञान रूपी खंडा विद्वान ने पकड़ ही लिया, तब संसार तो मर जावे, क्योंकि संसारियां ते भगतां दा कदे जोड़ नहीं आउंदा। संसार तो मरना, लोक कुटुंब सबहू ते तोरै तो आपन बेडी आवे, जगत नालों तोड़नी पवे।
ਇਹ ਮੋਹ ਦੀ ਤੰਗ ਵਿੱਚ ਨਹੀਂ ਵੱਜਣਾ। ਭਗਤ ਨਾਮਦੇਵ ਮਹਾਰਾਜ ਜੀ ਨੇ ਪੜੋਸੋਂ ਨੂੰ ਕਿਹਾ ਸੀ ਉਹ ਆਪ ਚੱਲ ਕੇ ਆਵੇਗਾ, ਉਸ ਨਾਲ ਪਿਆਰ ਨੇਹੋ ਪਾਲ। ਰੀ ਵਾਈ ਵੇਡੀ ਦੇਨ ਨਾ ਜਾਈਓ, ਦਿੱਤਾ ਨਹੀਂ ਜਾਂਦਾ, ਦੇਖ ਵੇਡੀ ਰਹਿਓ ਸਮਾਈ। ਲੋਕਾਂ ਨਾਲੋਂ ਤੋੜਨੀ ਪਵੇਗੀ, ਉਹ ਸੱਚੇ ਨਾਲ ਜੋੜਨੀ ਪਵੇਗੀ। ਕਾਮਨਾ ਜਲਾ ਦਵੇ, ਗਿਆਨੀ ਦੇ ਅਭਿਮਾਨ ਨੂੰ ਤਿਆਗ ਦਵੇ ਤੋ ਮੋਖ ਪਦ ਪ੍ਰਾਪਤ ਕਰ ਲੈਂਦਾ। क्योंकि जग्यासु ने वैराग रूपी नारियल ज्ञान रूपी खंडा विद्वान ने पकड़ लिया, अब संसार तो मर गया। कामना जला दी, कोई कामना ही नहीं। सेवा करत होए नह कामी, तिसको होत प्राप्त स्वामी। परमात्मा मिलता है। काम क्रोध माया के लीने, या विद जगत बेगूता। भगत कबीर जी महाराज पावन बचन कहते ने, काम ते क्रोध, मनुख अत दा क्रोधी जो काम दे विच ग्रसिया होया, उत्थे क्रोध भी महा भयानक बन के आउंदा। क्योंकि काम क्रोध माया दे विखे विच तू लै हो रहा, बड़ा क्रोधी भी वड्डा ते कामी भी वड्डा। काम क्रोध माया के लीने, या विद जगत विगूता। इस प्रकार जगत खराब हो रहा। मनुख परमेश्वर परमात्मा तो बेमुख हो रहा है, विकारां विच पै के। बड़ा क्रोधी बड़ा कामी, कह कबीर राजा राम ना छोड़ो, सगल ऊच ते ऊचा। भगत जी फरमाउंदे ने, राजा राम नू ना छड्डां, जो संपूर्ण ब्रह्मा विष्णु महेश ऊंचिया तो ऊंचा मेरा मालिक है। इन्हां नूं भी साजण वाला वो आप है, कोई दूजा नहीं। कह कबीर राजा राम ना छोड़ो, सगल उच्च ते ऊंचा, जो ऊंचियों तो ऊंचा वड्डियां तो वड्डा है। ऐसा मालिक है मेरा वाहिगुरू। गौड़ी फरमान तेरा सिर ऊप, फिर ना करत विचारो। भगत कबीर जी महाराज परिपूर्ण परमात्मा दे सन्मुख बेनती बख्शदे ने, हे मेरे परवरदिगार मेरे वाहे गुरु, तेरा हुक्म प्रसन्न होके सिर पर रखिया। दुख आया सुख आया तेरा हुक्म है, तेरे हुक्म विच विचार नहीं करता कि एक काम सही है या गलत है। जो हुक्म ही आ गया ते जाना है। हुक्म मनिया खूबे परवान, ता खसमे का महल पाए। हुक्म मन सुख पाया, प्रेम सुहागण होए। जगत गुरु गुरु नानक देव महाराज जी ने बाबा लैणा जी ने पहला होरां नूं भी आखिया कि इस बिरछ ते चढ़ो मठियाई चढ़ेगी। किसी ने कुछ किया, किसी ने कुछ किया, पर जदों हुक्म होया गुरु अंगद देव महाराज जी नूं तत्काल चढ़ गए। कहण भी लगे हो कि तेनू पता नहीं कदे रुखां ते मठियाई भी चढ़दी, रुखां नूं मठियाई भी लगदी। बाबा लैणा जी ने की वचन कहे, चाकर ने तां हुक्म मनना है, मठियाई चढ़े ना चढ़े कोई संबंध नहीं। हुक्म कैसा है, जिन्हां ने हुक्म मनिया वो जगत दे मालिक बन गए।
ਤੇ ਮਠਿਆਈ ਝਾੜੀ ਸੰਗਤਾਂ ਨੇ ਛਕੀ। ਦੇਖਣ ਵਾਲੇ ਅਚਰਜ ਹੋ ਗਏ, ਕਿਉਂਕਿ ਚੋਜੀ ਪ੍ਰੀਤਮ ਸਭ ਕੁਝ ਕਰਨ ਯੋਗ ਹੈ। ਉਹ ਆਪ ਜਗਤ ਦਾ ਮਾਲਕ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਆਇਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਜਗਤ ਦੇ ਮਾਲਕ ਨੇ ਇਸ ਮਾਤ ਲੋਕ ਤੇ ਅਵਤਾਰ ਲਿਆ। ਜੋ ਪੂਰਨਮਾਸੀ ਦਾ ਦਿਹਾੜਾ ਆ ਰਿਹਾ, ਪਹਿਲਾਂ 18 ਤਰੀਕ ਰਾਤ ਨੂੰ 12:21 ਤੇ ਇਸ਼ਨਾਨ ਹੁੰਦਾ। ਜੋ ਮਹਾਂਪੁਰਸ਼ ਆਪ ਇਸ਼ਨਾਨ ਕਰਦੇ ਨੇ, ਬਾਬਾ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਪਹਿਲਾਂ ਅਰਦਾਸ, ਫਿਰ ਇਸ਼ਨਾਨ, ਸਭ ਸੰਗਤਾਂ ਫਿਰ ਲਾਹਾ ਲੈਂਦੀਆਂ। ਜਪ ਤਪ ਉਸ ਪਰਮੇਸ਼ਰ ਦੀ ਯਾਦ ਵਿੱਚ, ਕਿਉਂਕਿ ਜਗਤ ਦੇ ਮਾਲਕ ਨੇ ਆਉਣਾ। ਇਹ ਵੱਡੀ ਪੂਰਨਮਾਸੀ ਦਾ ਵੱਡਾ ਫਲ, ਵੱਡਾ ਮਹੱਤਵ। ਕਿਉਂਕਿ ਰੱਬ ਦਾ ਜਨਮ ਜਦੋਂ ਜਗਤ ਸੰਸਾਰ ਤੇ ਆਉਂਦਾ ਹੈ, ਫਿਰ ਵੱਡੀਆਂ ਬਖਸ਼ੀਸ਼ਾਂ ਰਹਿਮਤਾਂ ਕਰਦਾ ਹੈ। ਉਹ ਖੁਸ਼ੀ ਦਾ ਦਿਹਾੜਾ, ਇਹ ਸਤਿਗੁਰੂ ਝੋਲੀਆਂ ਭਰਦੇ ਨੇ। ਉਹ ਸਤਿਗੁਰੂ ਪਾਤਸ਼ਾਹ ਭਗਤ ਕਬੀਰ ਜੀ ਮਹਾਰਾਜ ਪਾਵਨੀ ਉਪਦੇਸ਼ ਬਖਸ਼ਦੇ ਨੇ। ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਹੋਏ, ਫਰਮਾਨ ਤੇਰਾ ਸਿਰਾ ਉਪਰ ਫਿਰ ਨਾ ਕਰਤ ਵਿਚਾਰ। हे ਮੇਰੇ ਪਰਵਰਦਗਾਰ, ਤੇਰਾ ਹੁਕਮ ਪ੍ਰਸੰਨ ਹੋ ਕੇ ਸਿਰ ਪਰ ਰੱਖਿਆ ਕਿ ਮੇਰੇ ਪ੍ਰਭੂ ਦਾ ਹੁਕਮ ਹੈ। ਫਿਰ ਮੈਂ ਹੁਕਮ ਦੇ ਵਿੱਚ ਵਿਚਾਰ ਨਹੀਂ ਕਰਦਾ। ਜੋ ਸਿਧਾਂਤ ਹੈ ਕਿ ਵਿਚਾਰ ਕਰਨਾ, ਸਿੱਖੀ ਸਿੱਖਿਆ ਗੁਰ ਵਿਚਾਰ, ਪਰ ਜਦੋਂ ਮੁਰਸ਼ਦ ਗੁਰੂ ਦਾ ਹੁਕਮ ਹੋ ਗਿਆ, ਫਿਰ ਉੱਥੇ ਵਿਚਾਰ ਨਹੀਂ। ਕਿਉਂਕਿ ਹੁਕਮ ਹੋਇਆ, ਹੁਕਮ ਮੰਨਣਾ। ਕਿ ਮੰਨਣੇ ਯੋਗ ਹੈ ਜਾਂ ਨਹੀਂ, ਮੰਨਣੇ ਯੋਗ ਹੈ। ਉੱਥੇ ਵਿਚਾਰ ਨਹੀਂ, ਉੱਥੇ ਸਤ ਬਚਨ ਹੁੰਦੇ ਨੇ। ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੈ ਤੇਨ ਸਤਾਰ। ਸੰਸਾਰ ਰੂਪੀ ਦਰਿਆਓ ਵੀ हे ਮੇਰੇ ਵਾਹਿਗੁਰੂ ਤੂੰ ਹੀ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤਰ ਲਖਾਂ। ਤਾਂ ਤੁਝ ਮੱਛੀ ਖਾਂ। ਤੂੰ ਦਰਿਆਓ ਹੈ ਦਾਨਾ ਬੀਨਾ, ਉਹਦੇ ਦੀ ਜਾਣਨ ਵਾਲਾ ਵੱਡਾ ਦਨਾਓ, ਵੱਡਾ ਮਾਲਕ ਹੈ। ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੈ ਤੇ ਨਿਸਤਾਰ। ਪਾਰ ਕਰਨੇ ਨੂੰ ਗੁਰੂ ਰੂਪ ਮਿਲਾ ਵੀ ਮੇਰੇ ਵਾਹਿਗੁਰੂ ਤੂੰ ਹੀ ਹੈ। ਕਿਉਂਕਿ ਜਿਨ੍ਹਾਂ ਨੂੰ ਤਾਰਨਾ ਫਿਰ ਗੁਰੂ ਵੀ ਆਪ ਮਿਲਾਉਂਦਾ ਹੈ ਕਿ ਬਾਹ ਫੜਨੀ ਹੈ, ਤਾਰਨਾ ਹੈ। ਤੇਰੇ ਤੇ ਮੇਰਾ ਨਿਸਤਾਰਾ ਹੋਵੇ। ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੈ ਤੇ ਨਿਸਤਾਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰੋ। हे ਮੇਰੇ ਵਾਹਿਗੁਰੂ, ਅਸੀਂ ਤੇਰੇ ਦਾਸ ਹਾਂ, ਤੇਰੇ ਦਰ ਦੇ ਚਾਕਰ ਹਾਂ, ਕੂਕਰ ਹਾਂ। ਸਾਨੂੰ ਤੇਰੀ ਬੰਦਗੀ ਕਰਨੀ ਚਾਹੀਦੀ। ਬੰਦੇ ਬੰਦਗੀ ਇਖਤਿਆਰ, ਬੰਦਾ ਕਹਿਲਾਉਣ ਦਾ ਹੱਕਦਾਰ ਹੀ ਉਹ ਜੋ ਬੰਦਗੀ ਕਰਦਾ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ, ਤੂੰ ਬੰਦਾ ਹੈ, ਬੰਦਗੀ ਕਰ। ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਬੰਦੇ, ਬੰਦਗੀ ਇਖਤਿਆਰ। ਤੈਨੂੰ ਪਰਮੇਸ਼ਰ ਨੇ ਬੰਦਾ ਬਣਾਇਆ, ਤੂੰ ਬੰਦਾ ਬਣ, ਬੰਦਗੀ ਕਰ। ਸਾਹਿਬ ਆਪ ਮੁਝ ਦਾਸ ਪਰ ਰੋਸ ਧਾਰੇ, ਪਿਆਰ ਧਾਰੇ। ਇਹ ਆਪ ਦੇ ਇਖਤਿਆਰ ਹੈ ਮੇਰੇ ਪ੍ਰਭੂ, ਪਰ ਸਾਡਾ ਫਰਜ਼ ਹੈ ਤੇਰੀ ਇਬਾਦਤ ਕਰਨਾ, ਤੇਰੀ ਯਾਦ, ਤੇਰੇ ਚਿੰਤਨ ਵਿੱਚ ਜੁੜਨਾ। ਕਿਉਂਕਿ ਤੇਰੇ ਬੜੇ ਭਾਰੀ ਉਪਕਾਰ ਨੇ ਸਾਡੇ ਤੇ।
ਜਠਰ ਅਗਨੀ ਮਾਤਾ ਦੇ ਗਰਭ ਦੇ ਵਿੱਚ ਤੂੰ ਰੱਖਿਆ ਕੀਤੀ, ਉਹ ਜਗਤ ਵਿੱਚ ਵੀ ਤੂੰ ਪਾਲਣਾ ਕਰਦੇ ਆ। ਰਿਜ਼ਕ ਪਹਿਲਾਂ ਪਹੁੰਚਾ ਦਿੱਤਾ, ਜਨਮ ਬਾਅਦ ਵਿੱਚ ਹੈ। ਸਤਿਗੁਰਾਂ ਦੇ ਬਚਨ ਨੇ, ਪਹਿਲੋਂ ਦੇ ਤੈ ਰਿਜ਼ਕ ਸਮਾਖਾ, ਪਿੱਛੋਂ ਦੇ ਤੈ ਜੰਤ ਉਪਾਖਾ। ਕੈਸਾ ਮਾਲਕ ਹੈ। ਰਿਜ਼ਕ ਪਹਿਲਾਂ, ਬਾਲਕ ਦਾ ਜਨਮ ਬਾਅਦ। ਮਾਤਾ ਦੇ ਸਤਨਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ, ਫਿਰ ਬਾਲਕ ਦਾ ਜਨਮ ਹੁੰਦਾ। ਉਹ ਕੈਸਾ ਮਾਲਕ, ਆਪ ਰੱਖਦਾ ਹੈ ਤੈਂ ਬੰਦੇ ਬੰਦਗੀ ਅਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਹੇ ਮੇਰੇ ਸੱਚੇ ਸਾਹਿਬ, ਭਾਵੇਂ ਮੁਝ ਦਾਸ ਚੱਕ ਤੇ ਰੋਸ ਕਰ ਪਿਆਰ ਧਰ, ਇਹ ਆਪ ਨੂੰ ਅਖਤਿਆਰ ਹੈ, ਕਿਉਂਕਿ ਤੂੰ ਮਾਲਕ ਹੈ, ਅਸੀਂ ਤੇਰੇ ਬਾਲਕ ਹਾਂ। ਅਸੀਂ ਤਾਂ ਤੇਰੀ ਬੰਦਗੀ ਕਰਨੀ, ਤੇਰੇ ਨਾਮ ਨੂੰ ਜਪਣਾ ਹੈ। ਬੇਨਤੀ ਕੀਤੀ ਮਹਾਰਾਜ, ਭਗਤ ਕਬੀਰ ਜੀ ਮਹਾਰਾਜ ਜੀ ਨੂੰ ਆਕਾਸ਼ਬਾਣੀ ਹੋਈ। ਪ੍ਰਭੂ ਕਹਿਣ ਲੱਗੇ, ਤੂੰ ਮੇਰਾ ਬੰਦਾ ਕੈਸੇ ਹੈ? ਕਿਵੇਂ ਤੂੰ ਕਹਿ ਦਿੱਤਾ ਮੈਂ ਤੇਰਾ ਬੰਦਾ ਹਾਂ? ਭਗਤ ਜੀ ਕਹਿਣ ਲੱਗੇ, ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। तेरा जो नाम है मेरे प्रभु, सो मेरा आसरा है। टेक है तेरे नाम दी, तेरा नाम जप के ही जिउंदा खां। नाम नू पाके मैं ऐसे प्रसन्न हो रहा खां, खेड़े ते आनंद विच खां तेरा नाम जप के, जैसे इस्त्री पुत्र नू देख के प्रसन्न हो जाती। ਕਵਲ ਨਾਲ ਜਲ ਨੂੰ ਦੇ ਕੇ ਪ੍ਰਫੁੱਲਤ ਹੋ ਜਾਂਦੀ। ਐਸੇ ਪਰਦੇਸ ਤੋਂ ਆਏ ਪਤੀ ਨੂੰ ਦੇਖ ਕੇ ਇਸਤਰੀ ਪ੍ਰਸੰਨ ਹੋ ਜਾਂਦੀ। ਐਸਾ ਮੇਰਾ ਮਨ ਆਨੰਦਿਤ ਹੋਇਆ ਤੇਰੇ ਨਾਮ ਨੂੰ ਜਪ ਕੇ, ਤੇਰੀ ਬੰਦਗੀ ਨੂੰ ਪਾ ਕੇ। ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰੋ। ਭਗਤ ਜੀ ਫਰਮਾਉਂਦੇ ਨੇ, ਪ੍ਰਭੂ ਹੇ ਮੇਰੇ ਪਰਮੇਸ਼ਰ, ਮੇਰੇ ਗੁਰੂ ਨਾਨਕ, ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਮੈਂ ਤੇਰੇ ਘਰ ਦਾ ਗੁਲਾਮ ਹਾਂ, ਚਾਹੇ ਜੀ ਆਏ ਚਾਹੇ ਮਾਰ, ਇਹ ਤੈਨੂੰ ਅਖਤਿਆਰ ਹੈ, ਕਿਉਂਕਿ ਤੇਰੇ ਘਰ ਦਾ ਗੁਲਾਮ ਹਾਂ। तुमरी शरण तुम्हारी आशा, तुम ही सज्जन सुहेले, राखो राखन हार, दयाला नानक घर के गोले। तेरे घर दे गोले कह कबीर गुलाम कर का, जी आई पावै मार। ज्यों जानो त्यों राख, हर प्रभ तेरे आऊं, तां तेरे बने रख लै, क्योंकि वो मालिक ਤੇ ਆਪਾਂ ਗੁਲਾਮ ਹਾਂ। ਮਨੁੱਖ ਆਜ਼ਾਦ ਨਹੀਂ, ਉਸ ਪਰਵਰਦਗਾਰ ਮੇਰੇ ਪ੍ਰਭੂ ਦੇ ਅਧੀਨ ਹੁਕਮ ਦੇ ਵਿੱਚ ਬੰਧਿਆ ਹੋਇਆ ਕਾਰ ਕਰਦਾ। ਸਭ ਕੁਝ ਗਿਣਤੀ ਬਿਣਤੀ ਵਿੱਚ ਹੁਕਮ ਵਿੱਚ ਹੁੰਦਾ ਹੈ। ਗੁਰਦੇਵ ਪਾਤਸ਼ਾਹ ਦੇ ਪਾਵਨ ਬਚਨ ਨੇ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹੋਮੈ ਕਹਿ ਨਾ ਕੋਏ। ਸਭ ਕੁਝ ਹੁਕਮ ਵਿੱਚ, ਕਿਉਂਕਿ ਆਪਾਂ ਸੁਤੰਤਰ ਨਹੀਂ, ਪਤੰਤਰ ਖਾਂ ਅਧੀਨ ਖਾਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਗੌੜੀ ਲੱਖ 84 ਜੀ ਜੋਨ ਮੈਂ, ਭ੍ਰਮਤ ਨੰਦ ਬਹੁ ਠਾਕੁਰੇ। ਇੱਕ ਬ੍ਰਾਹਮਣ ਜੀ ਨੇ ਭਗਤ ਕਬੀਰ ਜੀ ਪਾਸ ਆ ਕੇ
कहा कि जय नंद के नंदन की, ये बचन आखे ऊंची बोल के। भगत कबीर जी बैठे सन, संगत बैठी, ब्राह्मण कहन लगा जय नंद के नंदन की, ये बचन कहे भगत जी दे सन्मुख हो। फिर भगत कबीर जी ने पावन बाणी उचारी, बचन कहन लगे 1,84 जी जोन में भ्रमत नंद बहुत थाको रे। 84 ਲੱਖ ਜੀਵਾਂ ਦੀ ਜੂਨੀ ਵਿੱਚ ਭਰਮਦਾ ਹੋਇਆ ਆਨੰਦ ਬਹੁਤ ਥਕਤ ਹੋ ਗਿਆ, ਬੜਾ ਥਕ ਗਿਆ ਆਨੰਦ। 84 ਲੱਖ ਜੀਵਾਂ ਦੀ ਜੂਨੀ ਵਿੱਚ ਭਰਮਦਾ ਹੋਇਆ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਵੱਡੋ ਬਪਰੋ ਕੋਰੇ। ਭਗਤ ਹੇਤ ਅਵਤਾਰ ਲਿਓ, ਭਾਗ ਵੱਡੋ ਬਪਰਾ ਕੋਰੇ। ਨੰਦ ਦੀ ਭਗਤੀ ਦੇ ਵਾਸਤੇ ਅਵਤਾਰ ਲਿਆ, ਵਿਚਾਰੇ ਦਾ ਭਾਗ ਵੱਡਾ। ਭਾਵ ਇਹ ਕਿ ਨੰਦ ਨੇ ਔਰ ਜਸੋਦਾ ਨੇ ਭਗਤੀ ਕੀਤੀ ਸੀ ਅਤੇ ਕ੍ਰਿਸ਼ਨ ਭਗਵਾਨ ਜੀ ਨੇ ਅਵਤਾਰ ਧਾਰ ਕੇ ਵਡਿਆਈ ਬਖਸ਼ੀ। अवतार धार के वड़ियाई बख्शी। ये माता रेवता जी ने, अबा मेहता कालू जी ने भी बड़ी भगती की ते जगत दा मालिक आप आया कर। अवतार लिया जगत दे मालिक गुरु नानक देव महाराज जी। भगत हेत अवतार लियो है, भाग वडो बपरा कोरे। वड़ियाई बख्शी क्योंकि नंद ने जसोदा ने बड़ी भगती की थी, प्रभु की याद विच जुड़े सन, बड़ी बंदगी की थी। भगवान कृष्ण महाराज जी ने अवतार धार के वड़ियाई बख्शी। जदों वासुदेव दे घर अवतार लिया तद पालने करके नंद दे पुत्र कहाए भगवान कृष्ण महाराज जी, जो कि पालना की थी। तुम जो कहते हो नंद को नंदन, नंद सो नंदन का कोरे। धरन आकाश दसो दिस नाही, तब एहो नंद कहाँ थोरे। आओ भगत कबीर जी महाराज कहन लगे ब्राह्मण नूं, सुन जो तुसी कहते हो कृष्ण नंद का पुत्र है, हे पंडित नंद जो है सो किसका पुत्र है। भावे के पिता पतामा करके ब्रह्म पर्यंत ही कहोगे कि ब्रह्मा दे पुत्र नहीं। नंद दे बड़े जो सो ब्रह्मा भी कृष्ण का पुत्र ही सिद्ध होवेगा। जब धरती आकाश दसों दिशा नहीं सी तब ये नंद किथे सी। भावे के कृष्ण तब भी सी, कृष्ण भगवान उदों भी सी। भगत कबीर जी कहन लगे ब्राह्मण वो भगवान कृष्ण उदों भी सी जदों धरती ते आकाश भी नहीं सी, दसों दिशा भी नहीं सी। मेरा प्रभु उदों भी सी। जो तू कह रहा नंद के नंदन की जय। संकट नहीं पर जोन नहीं आवे, नाम रंजन जाको रे। जेकर कृष्ण का यथार्थ रूप पूछो तो जिसका नाम रंजन है, संकट विच नहीं पैंदा, जोनिया विच नहीं आउंदा मेरा प्रभु। वो चोजी प्रीतम है, भैन भैन चोज करदा है। कबीर को स्वामी ऐसो ठाकुर, जाके माई ना बापोरे। भगत जी फरमाउंदे ने, भगत कबीर जी महाराज कबीर को स्वामी ऐसो ठाकुर, जाके माई ना बापोरे। भगत जी कहन लगे मेरा स्वामी ऐसा ठाकर है
जिसके नाम आई ना बाप है, क्योंकि वो अपने आप ते आप है। सतगुरां दे भी पावन बचन ने, थापिया ना जाए कीता ना होए, आपे आप रंजन सोए। वो अपने आप ते आप है। कौन साजन वाला, कौन रचनहार उस मालिक नूं वो चोजी प्रीतम चोज करता है। वो आप ही आया। ਇਹ ਭੱਟਾਂ ਨੇ ਸਤਿਗੁਰਾਂ ਦੀ ਸਿਫਤ ਕਰਦਿਆਂ ਬਚਨ ਕਹਿ ਦਿੱਤੇ, ਗਰੀਬ ਨਿਵਾਜ ਸਤਿਗੁਰੂ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਗਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਦ कंस करतारथ कियो। उग्र सैन को राजो भै भगत है जान कलयुग प्रमाण नानक गुर अंगद अमर कहायो। श्री गुरु राज अब चल अटल आद पुरख फरमायो। तू आद पुरख है, इस सारे रूप तू ही धारे, नहीं कोई दूजा नहीं। क्योंकि वो मालिक चोजी प्रीतम है, ਭੈਨ ਭੈਨ ਚੋਜ ਕਰਦਾ ਹੈ। और ਬਖਸ਼ੀਸ਼ਾਂ ਦਾ ਦਾਤਾ ਜਦੋਂ ਭਗਤ ਕਬੀਰ ਜੀ ਨੇ ਇਹ ਬਚਨ ਕਹੇ, ਬ੍ਰਾਹਮਣ ਪੰਡਤ ਨੂੰ ਚਰਨਾਂ ਤੇ ਟਹਿ ਪਿਆ, ਭੁੱਲ ਮੰਗੀ। ਕਿਉਂਕਿ ਭਗਤ ਕਬੀਰ ਜੀ ਮਹਾਰਾਜ ਆਪ ਰਾਮ ਰੂਪ ਹੋ ਗਏ। ਰਾਮ ਕਬੀਰਾ ਏਕ ਭਏ ਗਏ, ਕੋਏ ਨਾ ਸਕੈ ਪਛਾਨੀ। ਉਸ ਮਾਲਕ ਦੀ ਕੋਈ ਪਹਿਚਾਣ ਨਹੀਂ ਕਰ ਸਕਦਾ। गौरी निंदो निंदो मोको लोग निंदो, निंदा जन को खरी प्यारी। निंदा बाप निंदा महतारी। एक समय भगत कबीर जी महाराज चोजी प्रीतम जी ने लोकां दे पिछे हटावने वास्ते ऐसा सवांग धारते, क्योंकि बड़ा तंग करते सन जगत दे लोग। एक हथ विच वेशवा, एक हथ विच गंगा जल की बोतल पकड़ लई भगत कबीर जी महाराज जी, क्योंकि रब दे जन पे चोज बरता दिंदे ने कि दुनिया तो संग होना है किवें होए। क्योंकि चोजी प्रीतम फिर भैन ही चोज करते हैं। पर जगत भोला है, क्योंकि अज्ञान अविद्या दे विच रचिया होया समझदा नहीं। मत मतां सम फिरन लगे, तब लोग फिर निंदिया करन लगे। जगत दे लोग कबोल बोलन लगे। फिर भगत कबीर जी महाराज पाल सत संगिया ने आके बेनती की, महाराज तुहाडी बड़ी निंदिया हो रही। पहला भी पंडित ब्राह्मण बड़ी निंदिया करते सन, जो ये सवांग धारिया फिर अधिक होने लग पे। फिर भगत जी ने पावन शब्द ही उचारण किया। की बचन कहे, बड़ी संगत बैठी। फिर भगत कबीर जी महाराज कहन लगे, निंदो निंदो मोह को लोग निंदो, निंदा जन को खरी प्यारी। निंदा बाप निंदा महतारी। ये जगत दे लोगो मेरे को मन ते तन बाणी करके निंदो तुसी। मुझ जन नू निंदा बड़ी प्यारी। निंदा की पिता, निंदा की मेरी माता है। एक जगियासू उठिया, बेनती की, महाराज तुहानू निंदा इतनी नेहो क्यों है? निंदा नाल प्यारी आखिया तुसां ने निंदा, एक कारण की है? भगत जी तो पूछया जगियासू ने। भगत कबीर जी फिर कहन लगे, निंदा होए तां बैकुंठ जाइए, नाम पदार्थ मन वसाइए। यारिओ जे निंदिया होवे तां बैकुंठ नूं चले जाईदा है, क्योंकि निंदक अणहोंदा भार अपने सिर ते लै लैंदा है।
ਬੇਨਤੀ ਕੀਤੀ, ਮਹਾਰਾਜ ਨਿੰਦਾ ਹੋਣੇ ਕਰਕੇ ਬੈਕੁੰਠ ਵਿੱਚ ਕਿਵੇਂ ਚਲੇ ਜਾਈਦਾ? ਪਤ ਜੀ ਕਹਿੰਦੇ ਨੇ ਨਾਮ ਪਦਾਰਥ ਮਨ ਵਿੱਚ ਵਸਾਈਦਾ, ਭਾਵ ਕਿ ਇੱਕ ਤੋ ਜਿਸ ਦੀ ਨਿੰਦਿਆ ਕਰਦਾ ਤਿਸ ਦੇ ਨਿੰਦਕ ਪਾਪ ਲੈ ਜਾਂਦਾ, ਦੁਤੀਆ ਲੋਕ ਪਿੱਛੇ ਤੋਂ ਹਟ ਜਾਂਦੇ, ਤਬ ਸ਼ੁੱਧ ਹੋ ਕੇ ਫਿਰ ਨਾਮ ਜਪ ਕੇ ਬੈਕੁੰਠ ਵਿੱਚ ਹੀ ਜਾਵੇਗਾ। ਮੰਨ ਗਏ ਕਿ ਸੱਚਾ ਬਚਨ। ਫਿਰ ਬੇਨਤੀ ਕੀਤੀ, ਭਗਤ ਜੀ ਜਿਸਨੇ ਪਾਪ ਕੀਤਾ ਉਸ ਨੂੰ ਪਾਪੀ ਕਹਿ ਦਿਆ ਤਾਂ ਕਿਆ ਇਹ ਵੀ ਦੋਸ਼ ਹੈ? ਇਹੀ ਨਿੰਦਿਆ? ਜਿਸਨੇ ਪਾਪ ਕੀਤਾ ਆਪਾਂ ਉਸ ਨੂੰ ਪਾਪੀ ਕਹਿ ਦਿੰਦੇ ਹਾਂ ਕਿ ਮਨੁੱਖ ਪਾਪੀ ਹੈ। ਇਸਨੇ ਪਾਪ ਕੀਤਾ ਉਹ ਵੀ ਦੋਸ਼ ਹੈ, ਉਹ ਵੀ ਨਿੰਦਿਆ। ਫਿਰ ਭਗਤ ਕਬੀਰ ਜੀ ਮਹਾਰਾਜ ਬਚਨ ਕਹਿਣ ਲੱਗੇ, ਹ੍ਰਿਦੈ ਸੁਧ ਜੋ ਨਿੰਦਾ ਹੋਏ, ਹਮਾਰੇ ਕਪਰੇ ਨਿੰਦਕ ਧੋਏ। ਪਿਆਰਿਆ, ਜੋ ਅਸੀਂ ਹਿਰਦੇ ਕਰਕੇ ਸ਼ੁੱਧ ਹਾਂ ਔਰ ਨਿੰਦਿਆ ਸਾਡੀ ਹੁੰਦੀ ਹੈ, ਤਾਂ ਨਿੰਦਕ ਸਾਡੇ ਅੰਤਹਿਕਰਣ ਰੂਪੀ ਕੱਪੜੇ ਧੋਂਦਾ, ਪਾਪ ਨੂੰ ਲੈ ਲੈਂਦਾ। ਕਿਉਂਕਿ ਹਿਰਦਾ ਸ਼ੁੱਧ ਹੋਵੇ ਤੇ ਨਿੰਦਿਆ ਹੋਵੇ। ਜੇ ਪਾਪੀ ਹੈ, ਜੇ ਪਾਪੀ ਨੂੰ ਪਾਪੀ ਕਹਿ ਦਿੱਤਾ ਉਹ ਨਿੰਦਿਆ ਨਹੀਂ, ਉਹ ਦੋਸ਼ ਨਹੀਂ, ਕਿਉਂਕਿ ਉਹ ਪਾਪੀ ਹੈ। ਜੇ ਹਿਰਦਾ ਸ਼ੁੱਧ ਹੈ, ਪਾਪ ਨਹੀਂ ਕੀਤਾ, ਜੋ ਜਗਤ ਵਿੱਚ ਕਬੋਲ ਬੋਲਦੇ ਨੇ ਨਿੰਦਕ, ਅੱਜ ਵੀ ਇਹ ਵਰਤਾਰੇ ਵਰਤਦੇ ਨੇ, ਸੰਸਾਰ ਤੇ ਪਹਿਲਾਂ ਵੀ ਵਰਤ ਚੁੱਕੇ ਨੇ। ਕਿਉਂਕਿ ਉਹ ਅਣਖੋਂਦਾ ਭਾਰ ਆਪਣੇ ਸਿਰ ਤੇ ਲੈ ਲੈਂਦੇ, ਕਿਉਂਕਿ ਉਹਨਾਂ ਵਿਚਾਰਿਆਂ ਦੇ ਭਾਗ ਮੰਦੇ, ਉਹਨਾਂ ਨੂੰ ਇਹ ਸੋਝੀ ਨਹੀਂ, ਵਿਚਾਰਿਆ ਨਹੀਂ, ਦੇਖਿਆ ਨਹੀਂ, ਕਿਉਂਕਿ ਵਿਚਾਰ ਤੋਂ ਖੀਣੇ ਨੇ, ਅਗਿਆਨ ਵਿਦਿਆ ਵਿੱਚ ਰਚੇ ਹੋਏ ਕਬੋਲ ਬੋਲ ਦਿੰਦੇ ਨੇ, ਫਿਰ ਪਛਤਾਉਂਦੇ ਨੇ। ਪਰ ਉਹ ਕਬੋਲ ਬੋਲੇ ਹੋਏ ਉਹ ਤਾਂ ਲਿਖੇ ਜਾਣੇ, ਉਹ ਅਣਖੋਂਦੇ ਭਾਰ ਆਪਣੇ ਸਿਰ ਤੇ ਲੈ ਲੈਂਦੇ ਨੇ। ਪਰ ਕਬੀਰ ਜੀ ਮਹਾਰਾਜ ਕਹਿਣ ਲੱਗੇ, ਪਿਆਰਿਆ ਹ੍ਰਿਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ। ਹਿਰਦਾ ਸ਼ੁੱਧ ਹੈ, ਨਿੰਦਿਆ ਹੋਵੇ, ਉਹ ਸਾਰੇ ਪਾਪ ਨਿੰਦਿਆ ਕਰਨ ਵਾਲਾ ਆਪਣੇ ਸਿਰ ਤੇ ਲੈ ਲੈਂਦਾ ਹੈ, ਕਿਉਂਕਿ ਹਿਰਦਾ ਸ਼ੁੱਧ ਹੈ। ਜਿਵੇਂ ਰਾਜਾ ਸੀ, ਬੜਾ ਧਰਮੀ ਰਾਜਾ, ਰਾਜੇ ਨੇ ਵੱਡਾ ਜਗ ਕੀਤਾ, ਜਗ ਦੇ ਵਿੱਚ ਬੜੇ ਸਾਧੂ ਜਗਤ ਦੇ ਲੋਕ ਆਏ, ਪਰ ਜਿਨ੍ਹਾਂ ਦੇ ਵੀ ਛਕੇ ਪਦਾਰਥ ਮ੍ਰਿਤੂ ਹੋ ਗਏ। ਪਰ ਰਾਜੇ ਦਾ ਕੋਈ ਦੋਸ਼ ਨਹੀਂ, ਨਾ ਲਾਂਗਰੀਆਂ ਦਾ ਦੇਵਨੇਤ ਨਾਲ ਕੋਈ ਐਲੇ ਆਈ, ਜ਼ਹਿਰੀਲਾ ਸੱਪ ਛੱਟ ਦਿੱਤਾ ਕੜਾਕੇ, ਦੁਬਾਰਾ ਫੇਰ ਚੁੱਕਣ ਲੱਗੀ, ਸਭ ਤੇ ਛੁੱਟੇ ਪੈ, ਸਭ ਕੜਾਕੀਆਂ ਜ਼ਹਿਰੀਲੇ ਪਦਾਰਥ ਹੋ। ਪਰ ਪ੍ਰਤੀਤ ਕਿਸੇ ਨੂੰ ਵੀ ਨਹੀਂ ਕਿ ਵਰਤਾਰਾ ਕਿਵੇਂ ਵਰਤਿਆ, ਨਾ ਲਾਂਗਰੀਆਂ ਨੂੰ, ਨਾ ਰਾਜੇ। ਰਾਜੇ ਨੇ ਰਾਜ ਭਾਗ ਛੱਡ ਦਿੱਤਾ, ਵਿਰਾਗੀ ਹੋ ਗਿਆ, ਮੇਰੇ ਤੋਂ ਵੱਡਾ ਪਾਪ ਹੋ ਗਿਆ। ਬੜਾ ਸਮਾਂ ਬਤੀਤ ਹੋਇਆ, ਘਣੇ ਜੰਗਲ ਵਿੱਚ ਰਹਿੰਦੇ ਆ ਰਾਜੇ ਨੂੰ, ਪਰਮੇਸ਼ਰ ਦੀ ਇਬਾਦਤ ਕਰਦੇ ਆ। ਇੱਕ ਦਿਨ ਮਨ ਵਿੱਚ ਆਇਆ, ਕਿਉਂ ਨਾ ਸ਼ਹਿਰ ਵਿੱਚ ਜਾਵਾਂ, ਕੁਝ ਮੰਗ ਕੇ ਖਾ ਲਵਾਂ। ਰਾਜਾ ਸ਼ਹਿਰ ਵਿੱਚ ਪਹੁੰਚਿਆ, ਇੱਕ ਘਰ ਸੱਦ ਲਾਈ, ਮਾਈ ਭੁੱਖ ਲੱਗੀ ਹੈ, ਦੋ ਪ੍ਰਸ਼ਾਦੇ ਛਕਾ ਦੇ। ਇਹ ਬਚਨ ਕਹੇ, ਜਦੋਂ ਮਾਈ ਨੇ ਤੱਕਿਆ ਦੇਖਿਆ ਕਿ ਉਹੀ ਰਾਜਾ ਹੈ ਜਿਸਨੇ ਜਗ ਕੀਤਾ ਸੀ। ਬੜੇ ਕਬੋਲ ਬੋਲੇ, ਉਸ ਮਾਈ ਨੇ ਰਾਜਾ ਕੁਝ ਨਾ ਬੋਲਿਆ, ਵਾਪਸ ਚਲਾ ਗਿਆ ਜੰਗਲ ਵਿੱਚ। ਸਮਾਧੀ ਲਾ ਲਈ, ਮਨ ਬੈਰਾਗੀ ਅੱਗੇ ਸੀ, ਹੋਰ ਵੱਧ ਹੋ ਗਿਆ ਕਿ ਐਸਾ ਮੈਂ ਪਾਪੀ। ਪਰ ਪ੍ਰਭੂ ਦੀ ਨੇਤ ਹੋ, ਉਹ ਪਾਪ ਉਸ ਮਾਈ ਨੂੰ ਲੱਗਿਆ, ਕੋੜ ਨਾਲ ਤੜਪ ਕੇ ਉਹ ਮ੍ਰਿਤੂ ਹੋ ਗਈ ਕੁਝ ਦਿਨਾਂ ਵਿੱਚ। ਕਿਉਂਕਿ ਨਿੰਦਿਆ ਦਾ ਭਾਵ ਬਹੁਤ ਵੱਡਾ ਹੈ, ਕਿਉਂ ਰਾਜੇ ਦਾ ਕੋਈ ਦੋਸ਼ ਨਹੀਂ।
ਜੇ ਨਿਰਦੋਸ਼ ਨੂੰ ਆਪਾਂ ਦੋਸ਼ੀ ਠਹਿਰਾ ਦੇਵਾਂਗੇ ਫਿਰ ਆਪਾਂ ਉਹ ਭਾਗੀ ਹੁੰਦੇ ਹਾਂ। ਜੋ ਭਗਤ ਕਬੀਰ ਜੀ ਮਹਾਰਾਜ ਇਹ ਬਚਨ ਕਹਿੰਦੇ ਨੇ, ਰਹਿਦਾ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਤੋਏ। ਨਿੰਦਾ ਕਰੈ ਸੋ ਹਮਾਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਨਿੰਦਾ ਕਰੈ ਸੋ ਹਮਾਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਜੋ ਭਾਈ ਨਿੰਦਿਆ ਕਰਦਾ ਹੈ ਸਾਡੀ, ਸੋ ਸਾਡਾ ਮਿੱਤਰ ਹੈ। ਨਿੰਦਕ ਦੇ ਵਿੱਚ ਸਾਡਾ ਚੀਤ ਹੈ, ਚਿੱਤ ਵੀ ਹੈ। ਕਿਉਂਕਿ ਮਿੱਤਰ ਕਿਉਂ ਆਖਿਆ ਭਗਤ ਕਬੀਰ ਜੀ ਨੇ? ਕਿਉਂਕਿ ਅਣਖਾਉਂਦੇ ਉਹ ਭਾਰ ਸਿਰ ਤੇ ਲੈ ਰਿਹਾ ਹੈ। ਜੋ ਨਿੰਦਿਆ ਕਰਦਾ ਉਹ ਸਾਡਾ ਮਿੱਤਰ ਹੈ। ਨਿੰਦਾ ਕਰੈ ਸੋ ਹਮਾਰਾ ਮੀਤ, ਨਿੰਦਕ ਮਾਹੀ ਹਮਾਰਾ ਚੀਤ। ਨਿੰਦਕ ਦੇ ਵਿੱਚ ਸਾਡਾ ਚਿੱਤ ਹੈ। ਨਿੰਦਕ ਸੋ ਜੋ ਨਿੰਦਾ ਹੋ ਰੈ, ਹਮਾਰਾ ਜੀਵਨ ਨਿੰਦਕ ਲੋ ਰੈ। ਭਗਤ ਕਬੀਰ ਜੀ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਸਾਡਾ ਜੋ ਨਿੰਦਕ ਹੈ ਸੋ ਸਾਡੀ ਨਿੰਦਿਆ ਹੁੰਦੀ ਨੂੰ ਹਟਾਵੇ। ਸਾਡਾ ਜੋ ਨਿੰਦਕ ਹੈ, ਜੋ ਸਾਡੀ ਨਿੰਦਿਆ ਹੁੰਦੀ ਨੂੰ ਹਟਾਵੇ। ਨਿੰਦਾ ਪਰਾਇਣ ਹੀ ਹੋ ਰੱਖੇ, ਸੋ ਨਿੰਦਕ ਹੈ। ਨਿੰਦਕ ਹਮਾਰਾ ਜੀਵਨ ਚਾਹੁੰਦਾ ਹੈ ਕਿ ਇਸ ਨੂੰ ਤਤੀ ਵਾਹ ਵੀ ਨਾ ਲੱਗੇ। ਕਿਉਂਕਿ ਨਿੰਦਿਆ ਕਰਨ ਵਾਲੇ ਨੂੰ ਇਹ ਸੂਝੀ ਨਹੀਂ ਹੁੰਦੀ। ਕਿਉਂਕਿ ਅਗਿਆਨ ਅਵਿਦਿਆ ਵਿੱਚ ਰਚਿਆ ਹੋਇਆ ਅਣਹੋਂਦੇ ਕਬੋਲ ਬੋਲਦਾ ਹੈ। ਅਣਹੋਂਦਾ ਭਾਰ ਆਪਣੇ ਸੀਸ ਤੇ ਲੈ ਰਿਹਾ ਹੈ। ਪਰ ਗਿਆਨਵਾਨ ਰੱਬ ਦੇ ਪਿਆਰੇ, ਸਹਿਣਸ਼ੀਲਤਾ ਦੇ ਮਾਲਕ, ਉਹ ਪ੍ਰਭੂ ਦੀ ਯਾਦ ਵਿੱਚ ਰਤੇ ਰਹਿੰਦੇ ਨੇ। ਉਹਨਾਂ ਨੂੰ ਇਹ ਪਤਾ ਹੈ ਕਿ ਨਿੰਦਕ ਇਹ ਸਾਡੇ ਪਾਪ ਲੈ ਰਿਹਾ ਹੈ। ਨਿੰਦਕ ਸੋ ਜੋ ਨਿੰਦਾ ਹੋ ਰੈ, ਹਮਾਰਾ ਜੀਵਨ ਨਿੰਦਕ ਲੋ ਰੈ। ਨਿੰਦਕ ਤਾਂ ਸਾਡਾ ਜੀਵਨ ਚਾਹੁੰਦਾ ਹੈ। ਨਿੰਦਾ ਹਮਾਰੀ ਪ੍ਰੇਮ ਪਿਆਰ, ਨਿੰਦਾ ਹਮਾਰਾ ਕਰੈ ਉਧਾਰ। ਜੋ ਸਾਡੀ ਨਿੰਦਿਆ ਵਿੱਚ ਪ੍ਰੇਮ ਕਰਦਾ ਹੈ, ਅਸੀਂ ਤਿਸ ਵਿੱਚ ਪਿਆਰ ਕਰਦੇ ਹਾਂ। ਕਿਉਂਕਿ ਸਾਡੀ ਨਿੰਦਿਆ ਵਿੱਚ ਉਸਦਾ ਬੜਾ ਪਿਆਰ ਹੈ। ਅਸੀਂ ਪਿਆਰ ਕਰਦੇ ਹਾਂ ਉਸ ਨਾਲ, ਕਿਉਂਕਿ ਨਿੰਦਾ ਹਮਾਰਾ ਉਧਾਰ ਕਰਦੀ ਹੈ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰੋ। ਭਗਤ ਕਬੀਰ ਜੀ ਮਹਾਰਾਜ ਪਾਵਨ ਬਚਨ ਕਹਿੰਦੇ ਨੇ, ਪਿਆਰਿਓ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਉਹ ਜੋ ਦਾਸ ਨੂੰ ਤਾਂ ਨਿੰਦਾ ਹੀ ਸ੍ਰੇਸ਼ਟ ਹੈ, ਉੱਤਮ ਹੈ। ਕਿ ਨਿੰਦਾ ਕਰਨ ਵਾਲਾ ਡੁੱਬਿਆ ਹੈ, ਅਸੀਂ ਪਾਰ ਹੀ ਉਤਰ ਗਏ। ਕਿਉਂਕਿ ਨਿੰਦਾ ਤਾਂ ਕਿਸੇ ਦੀ ਕਰਨੀ ਵੀ ਸਤਸੰਗੀ ਜਨੋਂ ਉਚਿਤ ਨਹੀਂ, ਭਲੀ ਨਹੀਂ। ਪਰ ਰੱਬ ਦੇ ਜਨ ਦੀ ਨਿੰਦਿਆ ਕਰਨ ਵਾਲਾ ਤਾਂ ਤਰਦਾ ਹੀ ਨਹੀਂ। ਸਾਧ ਕਾ ਨਿੰਦਕ ਕੈਸੇ ਤਰੈ, ਸਦ ਪਦ ਜਾਨੋ ਨਰਕ ਹੀ ਪਰ। ਉਹ ਵਸ਼ ਨਰਕ ਵਿੱਚ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਮੋਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਵਨ। ਨਿੰਦਕਾਂ ਦੇ ਫਿਰ ਮੂੰਹ ਕਾਲੇ ਹੁੰਦੇ ਨੇ, ਘੋਰ ਨਰਕ ਵਿੱਚ ਵਸਾ। ਪਾਤਸ਼ਾਹ ਦੇ ਵੀ ਪਾਵਨ ਬਚਨ ਨੇ, ਜਗਤ ਝੂਠ ਸਤ ਕੁਲ ਦਖੈ, ਨਿੰਦਾ ਦਖੈ ਨਹੀਂ। ਜਗਤ ਝੂਠ ਤੰਬਾਕੂ ਨੂੰ ਆਖੇ, ਜਾਂ 100 ਕੁੱਲਾ ਨਰਕਾਂ ਵਿੱਚ ਜਾਂਦੇ। ਉਹ ਨਿੰਦਿਆ ਕਰਨ ਵਾਲੇ ਦੀਆਂ ਅਨੇਕਾਂ ਕੁੱਲਾਂ। ਜਗਤ ਝੂਠ ਸਤ ਕੁਲ ਦਖੈ, ਨਿੰਦਾ ਦਖੈ ਨਹੀਂ। ਕਿਉਂਕਿ ਨਿੰਦਾ ਕਰਨੀ ਉਚਿਤ ਨਹੀਂ, ਭਲੀ ਨਹੀਂ। ਗੌੜੀ ਰਾਜਾ ਰਾਮ ਤੂੰ ਐਸਾ ਨਿਰਭਉ,
ਤਰਨ ਤਾਰਨ ਰਾਮ ਰਾਇਆ। ਭਗਤ ਕਬੀਰ ਜੀ ਮਹਾਰਾਜ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਬਚਨ ਕਹਿੰਦੇ ਨੇ, ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ। ਰਾਜਾ ਰਾਮ ਤੂੰ ਐਸਾ ਨਿਰਭਉ ਹੈ। ਹੇ ਰਾਮ ਰਾਜਾ ਤੂੰ ਤਾਰਨੇ ਨੂੰ ਨੌਕਾ ਰੂਪ, ਨੌਕਾ ਬੇੜੀ ਨੂੰ ਕਹਿੰਦੇ ਨੇ, ਤੂੰ ਤਾਰਨੇ ਨੂੰ ਨੌਕਾ ਰੂਪ, ਜੋ ਵੀ ਤੇਰੀ ਸ਼ਰਨ ਵਿੱਚ ਆਉਂਦਾ ਤੂੰ ਤਾਰਦਾ। ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹੋ ਹਮ ਨਾਹੀ। ਕਿ ਪ੍ਰਭੂ ਜਦੋਂ ਅਸੀਂ ਆਪਣੇ ਆਪ ਨੂੰ ਜੀਵ ਮੰਨਦੇ ਸੀ ਕਿ ਮੈਂ ਖਾਂ, ਮੈਂ ਜੀਵ ਖਾਂ, ਤਬ ਤੂੰ ਮੈਨੂੰ ਪ੍ਰਾਪਤ ਨਹੀਂ ਹੋਇਆ ਸੀ, ਤੂੰ ਮੈਨੂੰ ਮਿਲਿਆ ਨਹੀਂ ਸੀ। ਮੈਂ ਮੰਨਦਾ ਸੀ ਕਿ ਮੈਂ ਖਾਂ, ਉਦੋਂ ਤੂੰ ਨਹੀਂ ਸੀ। ਅਬ ਤੂੰ ਪ੍ਰਾਪਤ ਹੋਇਆ, ਤਬ ਖਮ ਤੁਮ ਸੇ ਕਿਛ ਪੈਨ ਵੀ ਨਹੀਂ। क्योंकि तू तू करता तू हुआ, तू तू करता तू, मुझ में रहा ना। जब आपा पर का मिट गया, जत देखा तत तू। क्योंकि पर का मिटाना ही औखा है। तू तू करता तू हुआ, मुझ में रहा ना हो। जब आपा पर का मिट गया, जत देखा तत तू, फिर तू दा रूप तू हो। अब हम तुम एक भय है, एक देखत मन पति आही। हे प्रभु अब असी ते तू एक हो गए, हम ते तुम एक हो गए, एक तैनू ही देखदे हां, मन निश्चय नू प्राप्त होया। प्रभु जब बुद्ध होती तब बल कैसा, अब बुद्ध बल ना खटाई। जब संसारिक बुद्धि हुंदी सी, तब तेरी प्राप्ति का बल कैसा सी? बल ही नहीं सी, क्योंकि संसारिक बुद्धि सी, अज्ञान अविद्या विच सी। और बल जो संसारिक सी, अब उन्हां दी समाई ही नहीं। कह कबीर बुद्ध घर लई मेरी, बुद्ध बदली सिद्ध पाई। जो मेरी संसारिक बुद्धि सी, सो मेरे तो अब आपने प्रभु दूर कर ली। जब संसारिक बुद्धि बदल गई, उल्ट के परमेश्वर परायण हो गए। नाम जपदी दिन रात, उठते हाँ बैठते हाँ सोते हाँ जागते हाँ तेरी बंदगी विच, तब मोख प्राप्त हो। कह कबीर बुद्ध खल लई मेरी, बुद्ध बदली सिद्ध पाई। जदों बुद्धि बदल गई, परमेश्वर परायण होगी, फिर बख्शीशा ही बख्शीशा, मोख पद भी पा, क्योंकि ये बख्शीशा प्रभु दियां। ਉਹ ਆਪ ਮਿਲਾਉਂਦਾ ਹੈ, ਜਿਸ ਨੂੰ ਕੁਝ ਦੇਣਾ ਹੈ, ਆਪ ਸੇਵਾ ਤੇ ਸਿਮਰਨ ਵਿੱਚ ਲਾਉਂਦਾ ਹੈ। ਸਤਿਗੁਰਾਂ ਦੇ ਪਾਵਨ ਬਚਨ ਨੇ, ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਖਬਰ ਲੈਂਦਾ ਕਿ ਮੇਰਾ ਹੈ, ਕਿਉਂਕਿ ਆਪ ਹੀ ਮਾਤਾ ਪਿਤਾ। जिमें मावां नूं पुत्र प्यारे, भगत प्यारे रब नूं, बड़ा देहो अपने भगतां रब दा, प्रभु दा। वे गुरु नानक देव महाराज जगत दे मालिक, 20 रुपये पिता ने दिते, ਵਪਾਰ ਕਰਨ गए सच्चा ਵਪਾਰ। वे सच दा ਵਪਾਰ ਕਿਹੜਾ ਕੀਤਾ? ਭੁੱਖਿਆਂ ਸਾਧੂਆਂ ਨੂੰ, ਆਪਣਿਆਂ ਜਨਾਂ ਪਿਆਰਿਆਂ ਨੂੰ ਲੰਗਰ ਛਕਾਇਆ।
वो कैसा मालिक है। अपने पिता तो मार भी खाधी गुरुदेव ने, क्योंकि मेरे प्यारे जो जन ये सपुत्र ने रब दे प्रभु दे, जो उन्होंने कोई दुख दवे फिर रब वो प्रभु बख्शदा नहीं, क्योंकि उन्होंने सपुत्र ने। सफल जन्म खर जन का उपजया जन कीनो सौत बधाता, जिन्हों ने प्रभु न भी सौतरा बनाया गुरु नानक रब दे जना ने संतां भगतां ने। गौड़ी खाट नेम कर कोठड़ी बांधी, बस्त अनूप बीच पाई। खट नेम कर कोठड़ी बांधी, बस्त अनूप बीच पाई। नेम उपलगत नेमिया पुठियां छे चक्रां के दे रूपी एक कोठड़ी बंधी रही है। अपनी उपमा से रहत आत्म वस्तु विच पा दी प्रभु ने परमात्मा। चक्रां दा रूप भगत कबीर जी ने पिछे शब्द विच बयान किया है। कुंजी कोलप प्राण कर राखे, करते बार ना लाई। चक्रा रूपी जंदरे खोलने नूं प्राण कुंजी रख दिते ने। कुलप जंदरे नूं कहंदे करते हुए परमेश्वर ने देर नहीं लाई। पंज तत्त एक मन इन खटां दे निजम करके दे कोठड़ी बना दिती। सुंदर तन की रचना की प्रभु ने, विच आत्म वस्तु पा दी। कुंजी ब्रह्म विद्या है, जिंदा अज्ञान है। प्राण थंबा करके रखे, ये थंब नहीं अपने प्राण। अब मन जागत रहो रे पाई, गाफल होए कै जन्म गवायो। चोर मुस घर जाई। भगत कबीर जी महाराज पावनी उपदेश दिंदे ने, प्यारिओ अब मानस जन्म विच जागदे रहो, मत गाफल हो के अमोलक जन्म नूं गवा लिओ। गाफल ना होयो, इस जन्म दा लाखा खट लवो। मेरे प्रभु ने ये बड़ियां बख्शीशां करके अमोलक जन्म दी दात दिती। अब मन जागत रहो रे भाई, गाफल होए कै जन्म गवायो। चोर मुसै घर जाई। जागदे रहो, गाफल हो के जन्म मत गवा लियो। कामाद विकार इन्हां नूं सतगुरां ने चोर कहा है। जो काम क्रोध लोभ मोह हंकार ये पंज ने, बड़े बल वाले भयानक सूरतां ने इन्हां दियां, बड़े बड़े कद ने इन्हां दे। ये पंज चोर ने। जिस घर नूं पंज चोर लगे हो, किवें बचावांगे उस घर को। मनुख कला है, जे कोई यतन ही ना करे ते किवें बचावेगा। इन्हां पंजां तो नहीं बचया जावेगा। जे कोई उद्यम ही ना करे, सेवा सिमरन ही ना करे, फिर लुटिया जावेगा। गुणा तो हीणा हो जावेगा, कंगाल हो जावेगा। जिवें दुनियावी घर विच पंज चोर आ जावन, फिर वो घर लुट के लै जांदे ने। इस तरह ये पंज चोर वो तां दुनियावी ने, ये तो बड़े बल वाले ने। बादशाह फरमाउंदे ने, सतगुरां ने इन्हां नूं सूरवीर भी आखिया है। जिन मिल मारे पंच सूरवीर। ये पंज सूरवीर ने, ऐसो कौन बली रे, कोई बली योधा ही मारेगा। जिन पंच मार बदार गुदारे, सो पूरा यह कली रे। वो कलयुग विच पूर्ण संत भगत है, जिसने पंजां ते फतेह पा लई। ये चोर घर नूं ठगी जांदे,
ਮਨੁੱਖ ਸੁਤੇ ਇਹਨਾਂ ਦੇ ਵਿੱਚ ਗਰਸਿਆ। ਸੁਤੇ ਕਹਿੰਦਾ ਹੈ ਭੋਗ ਰਸ ਮਾਣ ਕੇ ਬੜੇ ਆਨੰਦ ਰਸ ਲਏ, ਇੰਜ ਹੋਇਆ ਇੰਜ ਹੋਇਆ, ਪਰ ਇਹ ਨਹੀਂ ਪਤਾ ਕਿ ਮੈਂ ਲੁੱਟਿਆ ਗਿਆ, ਮੈਂ ਠੱਗਾਂ ਦੇ ਹੱਥੋਂ ਲੁੱਟਿਆ ਗਿਆ, ਕਿਉਂਕਿ ਉਹ ਬਾਵਰਾ ਤੇ ਕਮਲਾ ਹੋਇਆ। ਮਾਇਆ ਧਨ ਪਦਾਰਥਾਂ ਵਿੱਚ ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਨਾਲ ਉਸ ਦਾ ਸੰਬੰਧ ਹੈ। ਉਸਨੇ ਚਾਨਣ ਦੇਖਿਆ ਕਿ ਅੰਧੇਰੇ ਨਾਲ ਸੰਬੰਧ ਹੋ ਗਿਆ। ਅੰਧੇਰਾ ਹੀ ਚੰਗਾ ਲੱਗਦਾ, ਜਿਸਨੇ ਪ੍ਰਕਾਸ਼ ਨਾ ਦੇਖਿਆ। ਐਸਾ ਹਾਲ ਉਹਨਾਂ ਮਨਮੁਖਾਂ ਦਾ। ਉਹ ਸੁਤੇ ਹੀ ਲੋਚਦੇ ਨੇ ਵਿਸ਼ੇ ਵਿਕਾਰ, ਇਹ ਪਦਾਰਥ, ਸੁੱਖ, ਰਸ, ਭੋਗ, ਆਨੰਦ ਇਹੀ ਚਾਹੁੰਦੇ ਨੇ। ਉਹਨਾਂ ਨੇ ਇਹ ਮੰਗ ਹੀ ਨਹੀਂ ਮੰਗੀ ਕਿ ਪ੍ਰਭੂ ਦੇ ਨਾਮ ਨੂੰ ਜਪੀਏ, ਇਸ ਜਨਮ ਦਾ ਲਾਹਾ ਲਈਏ। ਪੰਜ ਪਹਿਰੂਆ ਦਰ ਮਹਿ ਰਹਤੇ, ਤਿੰਨ ਕਾ ਨਹੀਂ ਪਤਿਆਰਾ। ਭਗਤ ਕਬੀਰ ਜੀ ਮਹਾਰਾਜ ਵਚਨ ਕਹਿੰਦੇ ਨੇ, ਪਿਆਰਿਓ, ਇਹ ਸਰੀਰ ਕੋਠੜੀ ਦੇ ਪਹਿਰੇ ਵਾਲੇ ਪੰਜ ਗਿਆਨ ਇੰਦਰੇ ਦੇਵਤਾ ਦਰਵਾਜ਼ੇ ਵਿੱਚ ਰਹਿੰਦੇ ਨੇ, ਇਹਨਾਂ ਦਾ ਭਰੋਸਾ ਕੋਈ ਭਰੋਸਾ ਨਹੀਂ। ਚੇਤ ਸੁਚੇਤ ਚਿਤ ਹੋਏ ਰਹੋ, ਤੋ ਲੈ ਪਰਗਾਸ ਉਜਾਰਾ। ਚਿੱਤ ਵਿੱਚ ਸਿਮਰਨ ਕਰਕੇ ਸੁਚੇਤ ਹੋ ਜਾਵੋ। ਜੋ ਕਹੇ ਕਿ ਮੈਨੂੰ ਕੀ ਲਾਭ ਹੋਵੇਗਾ ਜੇ ਮੈਂ ਸੁਚੇਤ ਹੋ ਗਿਆ, ਚਿੱਤ ਵਿੱਚ ਸਿਮਰਨ ਕਰਕੇ ਲਾਹਾ ਕੀ ਮਿਲੇਗਾ? ਕਿਉਂਕਿ ਮਨੁੱਖ ਦਾ ਸੁਤੇ ਸਵਾਲ ਹੁੰਦਾ ਹੈ। ਤੋ ਪ੍ਰਕਾਸ਼ ਨੂੰ ਪਰਮੇਸ਼ਰ ਦਾ ਗਿਆਨ ਤੈਨੂੰ ਮਿਲ ਜਾਵੇਗਾ। ਨੌ ਕਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨਾ ਪਾਈ। ਜਿਨ੍ਹਾਂ ਦੀ ਕਾਮਨ ਬੁੱਧੀ ਨੌ ਗੋਲਕਾਂ ਵਾਲੇ ਸਰੀਰ ਨੂੰ ਦੇਖ ਕੇ ਭੁੱਲ ਗਈ, ਇਸਨੇ ਅਨੂਪਮ ਆਤਮ ਵਸਤੂ ਨਹੀਂ ਪ੍ਰਾਪਤ ਕੀਤੀ। ਦੇਹੀ ਨਾਲ ਸੰਬੰਧ ਹੋ ਗਿਆ, ਉਸ ਆਤਮ ਵਸਤੂ ਨੂੰ ਉਹਨਾਂ ਨੇ ਜਾਣਿਆ ਕਿ ਨਹੀਂ। ਕਹਿਤ ਕਬੀਰ ਨਵੈ ਘਰ ਮੂਸੇ, ਦਸ ਮੈਂ ਤਤ ਸਮਾਈ। ਭਗਤ ਕਬੀਰ ਜੀ ਮਹਾਰਾਜ ਭਾਈ ਪਿਆਰਿਓ ਪਾਵਨ ਉਪਦੇਸ਼ ਦਿੰਦੇ ਨੇ, ਕਹਿਤ ਕਬੀਰ ਨਵੈ ਘਰ ਮੂਸੇ, ਦਸ ਮੈਂ ਤਤ ਸਮਾਈ। ਜਿਸਨੇ 9 ਘਰ ਮੂਸੇ ਰੋਕੇ ਨੇ, ਉਹ ਪੁਰਸ਼ ਸਰਗ ਆਦਿਕ ਨਵੋਂ ਦਾ ਜੋ ਆਸਰਾ ਇਸ ਤਤ ਰੂਪ ਵਿੱਚ ਸਮਾ ਗਿਆ, ਇੱਕ ਹੋ ਗਿਆ। ਸਰਗ ਆਦਿਕਾਂ ਦਾ ਰੂਪ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿਆਨ ਕੀਤਾ। ਕਹਿਤ ਕਬੀਰ ਨਵੈ ਘਰ ਮੂਸੇ, ਦਸ ਮੈਂ ਤਤ ਸਮਾਈ। ਉਹ 10ਵੇਂ ਤਤ ਸਰੂਪ ਵਿੱਚ ਸਮਾ ਗਿਆ, ਇੱਕ ਹੋ ਗਿਆ। ਸੱਚੇ ਪਰਮੇਸ਼ਰ ਦੀ ਬੰਦਗੀ ਕਰੀਏ, ਨਾਮ ਨੂੰ ਜਪੀਏ, ਇਸ ਜਨਮ ਦਾ ਲਾਹਾ ਲਈਏ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੋ ਪਕੜੇ ਸਭ ਮੁਕਦੀ ਚੱਲੀ ਰਹਿਣ। ਆਪਣੀ ਆਦ ਵੱਲਾ ਘਟਦੀ ਜਾ ਰਹੀ ਹੈ, ਲਾਹਾ ਲਈਏ। ਸਤਿਗੁਰੂ ਦੀ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ, ਸਤਿਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਏ ਅਚੁੱਤ अविनाशी अविनाश, हे पूरन हे सर्व में